श्री वाहिगुरु साहिब जी। सिमरो सिमर सिमर सुख पाओ, कन कलेश तन माहि मिटाओ। सिमरो जास बसंबरे कै, नाम जपत अगंत अनेकै। वेद पुराण समृत सोदाखिरु, किने राम नाम एकाखर। किनका एक जिस जी बसावै, ताकी महिमा गरी न आए। सतनाम श्री वाहिगुरु साहिब जी। तनासरी महला तीजा। सदा धन अंतर नाम संभाले, जी जंत जिन्हें प्रतिपाले। सदा धन अंतर नाम संभाले, जी जंत जिन्हें प्रतिपाले। मुक्त पदार्थ तिनको पाए, हर के नाम रते लिव लाए। गुर सेवा ते हर नाम तन पावै, अंतर परगास हर नाम ध्यावै रहाऊ। इहो हर रंग गूढ़ा तन पिर होए, शांत सिगा रावे प्रभ सोय। हऊँ मैं बिच प्रभ कोय न पाए, मूलों भुला जन्म गवाए। गुर ते शांत सहज सुख बाणी, सेवा साचे नाम समाणी। शब्द मिलै प्रीतम सदा त्याई, साच नाम वडियाई पाए। आपे करता जुग जुग सोए, नदर करे मेलावा होय। गुरबाणी ते हर मन वसाए, नानक साच रते प्रभ आप मिलाए। गुरबाणी ते हर मन वसाए, नानक साच रते प्रभ आप मिलाए। वाहिगुरू जी का खालसा, वाहिगुरू जी की फतेह। ये जो पावन पवित्र वचन प्यारे आप सारे श्रवण कीते हैं, सचखंड श्री हरमंदिर साहिब तो धन धन साहिब श्री गुरु रामदास पातशाह जियां दे पावन पवित्र दरबार तो, सचखंड तो सतगुरां दे मुबारक बचन धनासरी राग दे विच उचारण कीते हुए धन गुरु अमरदास जी महाराज बजुर्ग बाबा निमाणियां दी माण सतगुरु, निताणियां दी ताण सतगुरु, नेवटियां दी ओट, निआसरियां दी आसरा। ये जो शब्द है धन धन साहिब श्री गुरु ग्रंथ साहिब महाराज जियां दे अंदर 664 अंग ते सवाईमान है। आओ शब्द की विचार के नाल जुड़न का यत्न करिए, जो तीसरे नानक धन गुरु अमरदास जी महाराज बख्शिश कर रहे हैं। धनासरी महला तीजा। इस शब्द नूं सतगुरां ने धनासरी राग दे विच गाउण दी ताकीद कीती है। इस शब्द नूं धनासरी राग दे विच गायन कीता जावे, धन गुरु अमरदास जी महाराज बख्शिश कर रहे हैं।
ਸਦਾ ਤਨ ਅੰਤਰ ਨਾਮ ਸਮਾਲੇ। ਕਹਿੰਦੀ ਨਾਮ ਦਾ ਧਨ ਸਦਾ ਹੀ ਸਾਨੂੰ ਅੰਦਰ ਆਪਣੇ ਸੰਭਾਲ ਕੇ ਰੱਖਣਾ ਚਾਹੀਦਾ ਹੈ। ਪਿਆਰੇ, ਨਾਮ ਦੇ ਧਨ ਕਰਕੇ ਹੀ ਸਾਰੀ ਸ੍ਰਿਸ਼ਟੀ ਟਿਕੀ ਹੋਈ ਹੈ। ਨਾਮ ਕੀ ਧਾਰੀ ਸਗਲੇ ਜੰਤ, ਨਾਮ ਕੀ ਧਾਰੀ ਖੰਡ ਬ੍ਰਹਿਮੰਡ। ਜੋ ਕੁਝ ਵੀ ਹੈ ਸਾਰਾ ਕੁਝ ਨਾਮ ਦੇ ਆਸਰੇ ਹੀ ਖੜਾ। ਸਦਾ ਧਨ ਅੰਤਰ ਨਾਮ ਸੰਭਾਲੇ। ਉਹ ਵਾਹਿਗੁਰੂ ਨੂੰ ਸਦਾ ਹੀ ਸਾਨੂੰ ਯਾਦ ਕਰਨਾ ਚਾਹੀਦਾ, ਸਦਾ ਧਿਆਉਣਾ ਚਾਹੀਦਾ ਹੈ। ਜੀ ਜੰਤ ਜਿਨਹੇ ਪ੍ਰਤਿਪਾਲੇ। ਜਿਸ ਵਾਹਿਗੁਰੂ ਨੇ ਸਾਰਿਆਂ ਜੀਵਾਂ ਦੀ ਪ੍ਰਤਿਪਾਲਣਾ ਕਰਨ ਦੀ, ਦੇਖ ਰੇਖ ਕਰਨ ਦੀ ਜ਼ਿੰਮੇਵਾਰੀ ਆਪਣੇ ਤੇ ਲਈ ਹੋਈ ਹੈ। ਇਹ ਪਰਮੇਸ਼ਰ ਨੇ ਪਿਆਰੇ ਸਾਰਾ ਕੁਝ ਆਪਣੇ ਹੱਥ ਵਸ ਰੱਖਿਆ ਹੋਇਆ। ਜੀਆਂ ਦੀ ਰਿਜ਼ਕ ਬਚਾਉਣਾ, ਜੀਆਂ ਨੂੰ ਹਰ ਤਰ੍ਹਾਂ ਦੇ ਸੁੱਖ ਪਹੁੰਚਾਉਣੇ, ਇਹ ਵਾਹਿਗੁਰੂ ਨੇ ਆਪਣੇ ਹੱਥ ਵਿੱਚ ਰੱਖੇ ਨੇ, ਕਿਸੇ ਮਨੁੱਖ ਦੇ ਹੱਥ ਵਿੱਚ ਨਹੀਂ। ਜੇ ਕਿਧਰੇ ਕਿਸੇ ਮਨੁੱਖ ਦੇ ਹੱਥ ਵਿੱਚ ਹੁੰਦੇ ਤੇ ਪਿਆਰੇ ਵਜ਼ੈਗੀ ਹੋ ਗਈ ਸੀ। ਪਰਮੇਸ਼ਰ ਨੇ ਇਹ ਸਾਰਾ ਕੁਝ ਆਪਣੇ ਹੱਥ ਵਿੱਚ ਰੱਖਿਆ ਹੋਇਆ। ਸਦਾ ਧਨ ਅੰਤਰ ਨਾਮ ਸੰਭਾਲੇ। ਫਿਰ ਕਹਿੰਦੇ ਉਸ ਪਰਮੇਸ਼ਰ ਨੂੰ ਸਦਾ ਯਾਦ ਕਰ, ਆਪਣੀ ਸੋਚ ਦੇ ਵਿੱਚ ਸਦਾ ਲੈ ਕੇ ਆ। ਜੀ ਜੰਤ ਜਿਨਹੇ ਪ੍ਰਤਿਪਾਲੇ। ਜਿਹੜਾ ਵਾਹਿਗੁਰੂ ਸਾਰੀ ਸ੍ਰਿਸ਼ਟੀ ਦੀ ਹੀ ਪ੍ਰਤਿਪਾਲਣਾ ਕਰਨ ਦੀ ਜ਼ਿੰਮੇਵਾਰੀ ਆਪਣੇ ਤੇ ਜਿਸ ਨੇ ਲਈ ਹੋਈ ਹੈ। ਮੁਕਤ ਪਦਾਰਥ ਤਿਨ ਕੋ ਪਾਏ। ਮੁਕਤ ਕੀ ਹੈ ਪਿਆਰੋ? ਜਿਹੜੇ ਵਿਸ਼ੇ ਵਿਕਾਰਾਂ ਤੋਂ ਮੁਕਤ ਹੋ ਜਾਣਾ। ਵਾਹਿਗੁਰੂ ਇਹ ਬਖਸ਼ਿਸ਼ ਕਰ ਦਿੰਦਾ ਹੈ। ਮੁਕਤ ਪਦਾਰਥ ਤਿਨ ਕੋ ਪਾਏ। ਵਾਹਿਗੁਰੂ ਜੀ ਉਹਨਾਂ ਦੀ ਬਖਸ਼ਿਸ਼ ਕਰ ਦਿੰਦਾ ਜਿਹੜੇ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਂਦੇ ਨੇ। ਉਹਨਾਂ ਦੇ ਵਿਸ਼ੇ ਵਿਕਾਰ ਜਿਹੜੇ ਨੇ ਉਹ ਵੀ ਹਾਵੀ ਨਹੀਂ ਹੋ ਸਕਦੇ, ਉਹਨਾਂ ਤੇ ਜ਼ੋਰ ਨਹੀਂ ਪਾ ਸਕਦੇ। ਉਹਨਾਂ ਤੋਂ ਵੀ ਮੇਰਾ ਮਾਲਕ ਮੁਕਤੀ ਦਵਾ ਦਿੰਦਾ ਹੈ। ਹਰਿ ਕੈ ਨਾਮ ਰਤੇ ਨਿਵਲਾਏ। ਜਿਹੜੇ ਪਰਮੇਸ਼ਰ ਦੇ ਰੰਗ ਦੇ ਵਿੱਚ ਹਰ ਵੇਲੇ ਰਤੇ ਹੋਏ ਨੇ, ਰੰਗੇ ਹੋਏ ਨੇ, ਹਰ ਵੇਲੇ ਜਿਨ੍ਹਾਂ ਦੀ ਪਰਮੇਸ਼ਰ ਰਸਨਾ ਦੇ ਉੱਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੈ, ਜਿਹੜੇ ਹਰ ਵੇਲੇ ਪਰਮੇਸ਼ਰ ਦੇ ਨਾਲ ਲਿਵ ਜੋੜ ਕੇ ਰੱਖਦੇ ਨੇ। ਗੁਰ ਸੇਵਾ ਤੇ ਹਰਿ ਨਾਮ ਤਨ ਪਾਵੈ। ਇਹ ਨਾਮ ਧਨ ਪ੍ਰਾਪਤ ਕਿਵੇਂ ਹੁੰਦਾ ਹੈ? ਗੁਰੂ ਦੇ ਦਰ ਤੇ ਸੇਵਾ ਕਰਕੇ। ਪਿਆਰੋ, ਜਿਵੇਂ ਗੁਰੂ ਦਰਬਾਰ ਦੀ ਸੇਵਾ ਚੱਲ ਰਹੀ ਹੈ, ਪਿੰਡ ਦੀ ਸੇਵਾ ਗੁਰਸਿੱਖ ਵੀਰ ਬੜੀ ਪਿਆਰ ਭਾਵਨਾ ਦੇ ਨਾਲ ਕਰ ਰਹੇ ਹਨ। ਇਹ ਗੁਰੂ ਦੀ ਸੇਵਾ ਕਰਕੇ ਬੜੀਆਂ ਹੀ ਰਹਿਮਤਾਂ ਹੁੰਦੀਆਂ ਨੇ, ਬੜੀਆਂ ਹੀ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ। ਇਹ ਭਾਗਾਂ ਵਾਲਾ ਜੀਵ ਸੇਵਾ ਕਰ ਸਕਦਾ ਪਿਆਰਿਓ। ਜਿਹਦੀ ਭਾਗਾਂ ਦੇ ਵਿੱਚ ਹੋਏ ਉਹੀ ਹੀ ਸੇਵਾ ਕਰ ਸਕਦਾ ਹੈ। ਗੁਰ ਸੇਵਾ ਤੇ ਹਰਿ ਨਾਮ ਧਨ ਪਾਵੈ। ਜਿਹੜਾ ਗੁਰੂ ਦੀ ਸੇਵਾ ਕਰਦਾ ਪੈਦਾ ਗੁਰੂ ਦੀ ਬਾਣੀ ਦੇ ਨਾਲ ਜੁੜ ਜਾਂਦਾ, ਉਸ ਨੂੰ ਨਾਮ ਦੇ ਧਨ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਮ ਧਨ ਜਿਸ ਜਨ ਕੇ ਪਾਲੈ ਸੇ ਪੂਰੀ ਸ਼ਾਹ। ਅਸਲ ਦੇ ਵਿੱਚ ਦੁਨੀਆ ਦੇ ਸ਼ਾਹ ਵੀ ਕੋਈ ਹੋਈ ਹੈ ਜਿਸ ਦੇ ਹਿਰਦੇ ਘੜ ਦੇ ਵਿੱਚ ਨਾਮ ਵਸਿਆ, ਜਿਹਦੇ ਪੱਲੇ ਨਾਮ ਹੈ। ਅੰਤਰ ਪ੍ਰਗਾਸ ਹਰਿ ਨਾਮ ਧਿਆਵੈ। ਜਿਹੜੀ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ ਪਿਆਰਿਓ, ਉਹਨਾਂ ਦੇ ਹਿਰਦੇ ਘੜ ਦੇ ਵਿੱਚ ਚਾਨਣ ਹੋ ਜਾਂਦਾ, ਅਗਿਆਨ ਦਾ ਅੰਧੇਰਾ ਖਤਮ ਹੋ ਜਾਂਦਾ ਤੇ ਗਿਆਨ ਦਾ ਦੀਪਕ ਪ੍ਰਗਟ ਹੋ ਜਾਂਦਾ। ਗਿਆਨ ਹੋ ਜਾਂਦਾ ਉਹਨਾਂ ਨੂੰ, ਪਰਮੇਸ਼ਰ ਵਾਲੇ ਪਾਸੇ ਤੇ ਗਿਆਨ ਹੋ ਜਾਂਦਾ। ਇਹ ਰਹਾਉ ਦੀ ਪੰਕਤੀ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਜਿਹੜਾ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੇਗਾ, ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇਗਾ, ਯਾਰ ਉਸਨੂੰ ਆਪਣੀ ਆਤਮਾ ਦਾ ਵੀ ਗਿਆਨ ਹੋ ਜਾਵੇਗਾ, ਪਰਮਾਤਮਾ ਬਾਰੇ ਵੀ ਗਿਆਨ ਹੋ ਜਾਵੇਗਾ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰਿ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਪਿਆਰੂ, ਸਾਈਂ ਮੀਆਂ ਮੀਰ ਜੀ ਜਹਾਂਗੀਰ ਕਹਿੰਦਾ ਕਿ ਅੱਜ ਦੇ ਸਮੇਂ ਦੇ ਵਿੱਚ ਕਿਹੜੇ ਮਹਾਂਪੁਰਸ਼ ਹਨ, ਕਿਹੜੇ ਬੰਦਗੀ ਵਾਲੇ ਹਨ, ਕਿਹੜੇ ਤੱਤ ਬੇਤੇ ਜਿਹੜੀ ਪਰਮੇਸ਼ਰ ਦੇ ਨਾਲ ਇੱਕ ਜੁੜੇ ਹੋਏ ਨੇ। ਇਹ ਸਾਈਂ ਜੀ ਹਮੇਸ਼ਾ ਹੀ ਪਿਆਰਿਓ ਗੁਰੂ ਨਾਨਕ ਦੇ ਘਰ ਦੀ ਗੱਲ ਕਰਦੇ ਸਨ। ਸਾਈਂ ਜੀ ਜਦੋਂ ਵੀ ਕਿਸੇ ਬਾਦਸ਼ਾਹ ਨੇ ਪੁੱਛਿਆ
ਉਦੋਂ ਹੀ ਸਾਈਂ ਮੀਆਂ ਮੀਰ ਜੀ ਨੇ ਗੁਰੂ ਨਾਨਕ ਦੇ ਘਰ ਦੀ ਗੱਲ ਕੀਤੀ ਕਿ ਉਹਨਾਂ ਨੂੰ ਪਤਾ ਸੀ ਕਿ ਇੱਥੇ ਸੱਚ ਦੀ ਆਵਾਜ਼ ਹੈ, ਇੱਥੇ ਸੱਚ ਦੀਆਂ ਬਖਸ਼ਿਸ਼ਾਂ ਹਨ, ਇੱਥੇ ਨਾਮ ਦੀ ਵਰਖਾ ਹਰ ਵੇਲੇ ਹੁੰਦੀ ਹੈ। ਕਹਿੰਦੇ ਗੁਰੂ ਨਾਨਕ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਕਹਿੰਦੇ ਜਿਨ੍ਹਾਂ ਤੇ ਬੜੀ ਰਹਿਮਤ ਹੈ, ਬੜੀ ਬਖਸ਼ਿਸ਼ ਹੈ, ਹਰ ਵੇਲੇ ਰੰਗ ਵਿੱਚ ਰੰਗੇ ਰਹਿੰਦੇ ਨੇ, ਰਿਧੀਆਂ ਸਿਧੀਆਂ ਉਹਨਾਂ ਦੇ ਮਗਰ ਮਗਰ ਤੁਰੀਆਂ ਫਿਰਦੀਆਂ ਨੇ, ਬੜੀ ਪਰਮੇਸ਼ਰ ਦੀ ਬਖਸ਼ਿਸ਼ ਹੈ ਉਹਨਾਂ ਦੇ ਉੱਤੇ। ਤੇ ਕਹਿੰਦੇ ਬਾੜ ਸਾਹਿਬ ਦੀ ਧਰਤੀ ਦੇ ਉੱਤੇ ਉਹਨਾਂ ਦਾ ਨਿਵਾਸ ਹੈ। ਬਾੜ ਸਾਹਿਬ ਦੀ ਧਰਤੀ ਤੇ ਉਹ ਸੰਗਤਾਂ ਨੂੰ ਤਾਰ ਰਹੇ ਨੇ, ਪਰਮੇਸ਼ਰ ਦੇ ਨਾਮ ਦੇ ਨਾਲ ਜੋੜ ਰਹੇ ਨੇ। ਉਹ ਆਪ ਵੀ ਹਰ ਵੇਲੇ ਸਮਾਧੀ ਦੇ ਵਿੱਚ ਅਸਥਿਤ ਰਹਿੰਦੇ ਨੇ। ਪਿਆਰੋ ਬਾਬਾ ਸ੍ਰੀ ਚੰਦ ਜੀ ਹਰ ਵੇਲੇ ਹੀ ਸਮਾਧੀ ਦੇ ਵਿੱਚ ਅਸਥਿਤ ਰਿਹਾ ਕਰਦੇ ਸਨ, ਹਰ ਵੇਲੇ ਸਿਮਰਨ ਦੇ ਵਿੱਚ ਹੀ ਰਿਹਾ ਕਰਦੇ ਸਨ, ਉਸ ਮਾਲਕ ਦੀ ਇਬਾਦਤ ਦੇ ਵਿੱਚ ਹੀ ਜੁੜੇ ਰਿਹਾ ਕਰਦੇ ਸਨ। ਤੇ ਜਹਾਂਗੀਰ ਨੇ ਆਪਣੇ ਵਜ਼ੀਰ ਨੂੰ ਆਖਿਆ, ਫਿਰ ਕਹਿੰਦੇ ਸਾਡੇ ਵੱਲੋਂ ਬੇਨਤੀ ਕਰੋ ਉਹਨਾਂ ਨੂੰ ਜਾ ਕੇ ਕਿ ਅਸੀਂ ਉਹਨਾਂ ਦੇ ਦਰਸ਼ਨ ਦੀਦਾਰ ਕਰਨੇ ਚਾਹੁੰਦੇ ਹਾਂ। ਉਹ ਸਤਿਪੁਰਖ ਹਨ, ਅਸੀਂ ਉਹਨਾਂ ਦੇ ਦਰਸ਼ਨ ਦੀਦਾਰ ਕਰਨੇ ਚਾਹੁੰਦੇ ਹਾਂ। ਪਿਆਰਿਓ ਜਹਾਂਗੀਰ ਦਾ ਵਜ਼ੀਰ ਕਹਿੰਦੇ ਨਾਲ ਉਸਨੇ ਹਾਥੀ ਲਈ, ਹਾਥੀ ਲੈ ਕੇ ਆਇਆ ਤੇ ਆ ਕੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਨਾਲ ਰਥ ਵੀ ਨੇ, ਨਾਲ ਹਾਥੀ ਨੇ, ਬਾਬਾ ਜੀ ਦੀ ਅਸਵਾਰੀ ਵਾਸਤੇ ਸਪੈਸ਼ਲ ਤਿਆਰ ਕਰਕੇ ਲਿਆਂਦੇ ਨੇ। ਤੇ ਆ ਕਰਕੇ ਨਿਮਰਤਾ ਵਸ ਹੋ ਕਰਕੇ ਬੇਨਤੀ ਕੀਤੀ, ਬਾਬਾ ਜੀ ਤੁਹਾਨੂੰ ਬਾਦਸ਼ਾਹ ਸਲਾਮਤ ਜਹਾਂਗੀਰ ਯਾਦ ਕਰਦਾ ਹੈ, ਉਹ ਤੁਹਾਡੇ ਚਰਨਾਂ ਤੇ ਮੱਥਾ ਟੇਕਣਾ ਚਾਹੁੰਦਾ ਹੈ, ਉਹ ਤੁਹਾਨੂੰ ਬੜੇ ਪਿਆਰ ਦੇ ਨਾਲ ਯਾਦ ਕਰ ਰਿਹਾ। ਤੇ ਆ ਉਹਨਾਂ ਨੇ ਵੇਖੋ ਤੁਹਾਡੇ ਵਾਸਤੇ ਅਸਵਾਰੀ ਭੇਜੀ ਹੈ ਕਿ ਤੁਸੀਂ ਉਹਨਾਂ ਨੂੰ ਦਰਸ਼ਨ ਦੀਦਾਰੇ ਬਖਸ਼ਿਸ਼ ਕਰੋ। ਤੇ ਪਿਆਰੇ ਬਾਬਾ ਸ੍ਰੀ ਚੰਦ ਉਹਨਾਂ ਦੇ ਕੋਲ ਨਾਲ ਕਮਲੀਆ ਜੀ ਰਿਹਾ ਕਰਦੇ ਸਨ। ਭਾਈ ਕਮਲੀਆ ਬਾਬਾ ਸ੍ਰੀ ਚੰਦ ਦੇ ਨਾਲ ਹੋਇਆ ਕਰਦੇ ਸਨ। ਬਾਬਾ ਸ੍ਰੀ ਚੰਦ ਨੇ ਵਜ਼ੀਰ ਨੂੰ ਇਹ ਗੱਲ ਆਖੀ, ਜਿਹੜਾ ਬਾਦਸ਼ਾਹ ਦਾ ਭੇਜਿਆ ਹੋਇਆ ਉਸ ਨੂੰ ਇਹ ਗੱਲ ਆਖੀ ਕਿ ਆਹ ਸਾਡੀ ਇੱਕ ਕਾਲੀ ਕੰਬਲੀ ਹੈ, ਆਹ ਕਾਲੀ ਕੰਬਲੀ ਸਾਡੀ ਕਹਿੰਦੇ ਇਹ ਹਾਥੀ ਉੱਤੇ ਰੱਖ ਦਿਓ, ਆਹ ਹਾਥੀ ਦੇ ਉੱਤੇ ਰੱਖ ਦਿਓ। ਜਿਸ ਵੇਲੇ ਹਾਥੀ ਦੇ ਉੱਤੇ ਪਿਆਰਿਓ ਕਾਲੀ ਕੰਬਲੀ ਰੱਖੀ ਤੇ ਹਾਥੀ ਧਰਤੀ ਦੇ ਵਿੱਚ ਧੱਸਦਾ ਜਾ ਰਿਹਾ, ਹਾਥੀ ਦੇ ਪੈਰ ਸਾਰੀ ਧਰਤੀ ਦੇ ਵਿੱਚ ਧੱਸਦੇ ਜਾ ਰਹੇ ਨੇ, ਉਹਦੇ ਕੋਲੋਂ ਭਾਰ ਨਹੀਂ ਚੱਲਿਆ ਜਾ ਰਿਹਾ ਤੇ ਹਾਥੀ ਵਿਆਕੁਲ ਹੋਇਆ ਪਿਆ, ਧਰਤੀ ਦੇ ਵਿੱਚ ਧੱਸਦਾ ਜਾ ਰਿਹਾ। ਤੇ ਜਦੋਂ ਕੰਬਲੀ ਚੁੱਕੀ ਹੈ, ਉਹ ਕਾਲੀ ਲੋਈ ਚੁੱਕੀ ਹਾਥੀ ਦੇ ਉੱਤੋਂ, ਫਿਰ ਹਾਥੀ ਉਤਾਂ ਉੱਪਰ ਆਇਆ, ਉਤਾਂ ਉੱਪਰ ਆਇਆ। ਤੇ ਬਾਬਾ ਸ੍ਰੀ ਚੰਦ ਜੀ ਕਹਿੰਦੇ ਬਾਦਸ਼ਾਹ ਦਾ ਭੇਜਿਆ ਹੋਇਆ ਹਾਥੀ ਤੇ ਸਾਡੀ ਕੰਬਲੀ ਦਾ ਭਾਰ ਨਹੀਂ ਚੱਲ ਸਕਦਾ, ਅਸੀਂ ਇਸ ਤੇ ਸਵਾਰੀ ਕੀ ਕਰਾਂਗੇ, ਅਸੀਂ ਇਸ ਦੇ ਉੱਤੇ ਅਸਵਾਰੀ ਕੀ ਕਰਾਂਗੇ। ਤੇ ਹੁਣ ਬਾਦਸ਼ਾਹ ਦਾ ਵਜ਼ੀਰ ਕਹਿੰਦਾ ਮਹਾਰਾਜ ਰਥ ਵੀ ਲਿਆਂਦੇ ਹੋਏ ਨੇ, ਜਿਸ ਵਿੱਚ ਤੁਸੀਂ ਜਾਣਾ ਚਾਹੋ, ਤੁਸੀਂ ਅਜ਼ਮਤਾਂ ਦੇ ਮਾਲਕ ਹੋ, ਬਖਸ਼ਿਸ਼ਾਂ ਦੇ ਮਾਲਕ ਹੋ, ਜਿਸ ਤੇ ਤੁਸੀਂ ਖੁਸ਼ ਹੋ ਕਰਕੇ ਜਾਣਾ ਚਾਹੋ ਉਸ ਤੇ ਜਾ ਸਕਦੇ ਹੋ, ਸਾਡੇ ਨਾਲ। ਕਹਿੰਦੇ ਨਹੀਂ, ਵਜ਼ੀਰ ਨੂੰ ਇਹ ਗੱਲ ਆਖੀ ਅਸੀਂ ਪਹੁੰਚ ਜਾਵਾਂਗੇ। ਕਹਿੰਦੇ ਤੁਸੀਂ ਦੁੱਖ ਨਾ ਮਨਾਓ, ਅਸੀਂ ਪਹੁੰਚ ਜਾਵਾਂਗੇ, ਤੁਹਾਡੇ ਤੋਂ ਪਹਿਲਾਂ ਹੀ ਪਹੁੰਚ ਜਾਵਾਂਗੇ, ਅਸੀਂ ਲਾਹੌਰ ਦੇ ਵਿੱਚ ਪਹੁੰਚ ਜਾਵਾਂਗੇ, ਤੁਸੀਂ ਕੋਈ ਫਿਕਰ ਨਾ ਕਰੋ। ਪਿਆਰਿਓ ਜਿਸ ਵੇਲੇ ਵਜ਼ੀਰ ਗਿਆ ਤੇ ਵਜ਼ੀਰ ਤੋਂ ਪਹਿਲਾਂ ਹੀ ਬਾਬਾ ਸ੍ਰੀ ਚੰਦ ਤੇ ਭਾਈ ਕਮਲੀਆ ਜੀ ਜਾ ਪਹੁੰਚੇ ਉੱਥੇ। ਬਾਦਸ਼ਾਹ ਬੜਾ ਹੈਰਾਨ ਹੋਇਆ ਕਿ ਇੱਕ ਰਥਾਂ ਦੇ ਉੱਤੇ ਆ ਰਹੇ ਨੇ ਤੇ ਬਾਬਾ ਸ੍ਰੀ ਚੰਦ ਜੀ ਪੈਦਲ। ਪਿਆਰਿਓ ਅਸੀਂ ਜਦੋਂ ਕਦੇ ਆਪਣਾ ਮਨ ਦੀ ਉਡਾਰੀ ਮਾਰਦੇ ਹਾਂ, ਮਨ ਦੀ ਉਡਾਰੀ ਮਾਰ ਕੇ ਅਸੀਂ ਇਹ ਵੇਖਦੇ ਹਾਂ, ਹੁਣ ਅਸੀਂ ਇੱਥੇ ਹੁੰਦੇ ਹਾਂ, ਕਈ ਵਾਰੀ ਕਥਾ ਕੀਰਤਨ ਸਰਵਣ ਕਰਦੇ ਹਾਂ ਵੀ ਸਾਡਾ ਮਨ ਹਰਿਮੰਦਰ ਸਾਹਿਬ ਚਲਿਆ ਜਾਂਦਾ, ਕਿਸੇ ਦਾ ਮਨ ਕਿਧਰੇ ਚਲੇ ਜਾਂਦਾ, ਕਿਸੇ ਦਾ ਮਨ ਕਿਧਰੇ ਚਲ ਜਾਂਦਾ। ਇਸੇ ਤਰ੍ਹਾਂ ਜਿਹੜੇ ਸਤਿਪੁਰਖ ਹੋਇਆ ਕਰਦੇ ਨੇ ਉਹ ਛਿਨ ਦੇ ਵਿੱਚ ਹੀ, ਅਸੀਂ ਤੇ ਆਪਣੀ ਮਨ ਦੀ ਉਡਾਰੀ ਸਾਡੀ ਬਹੁਤ ਤੇਜ਼ ਹੈ, ਕਿਉਂਕਿ ਦੌੜ ਬੜੀ, ਮਨ ਦੌੜਦਾ ਬਹੁਤ ਹੈ।
ਕਦੀ ਕਿਤੇ ਪਹੁੰਚ ਜਾਂਦਾ, ਕਦੀ ਕਿਤੇ ਪਹੁੰਚ ਜਾਂਦਾ। ਤੇ ਜਿਹੜੇ ਸਤਿਪੁਰਸ਼ ਨੇ ਪਿਆਰੋ, ਸਰੀਰ ਕਰਕੇ ਵੀ ਪਹੁੰਚ ਜਾਂਦੇ ਨੇ। ਇਸੇ ਤਰ੍ਹਾਂ ਹੀ ਬਾਬਾ ਸ੍ਰੀ ਚੰਦ ਜੀ ਭਾਈ ਕਮਲੀਆ ਜੀ ਪਹੁੰਚ ਗਏ ਤੇ ਬੜਾ ਸਤਿਕਾਰ ਕੀਤਾ ਜਹਾਂਗੀਰ ਬੇਗਮ ਨੇ, ਸਤਿਕਾਰ ਬਹੁਤ ਕੀਤਾ। ਜਹਾਂਗੀਰ ਦੀ ਬੇਗਮ ਨੂਰ ਜਹਾਂਗੀਰ ਨੇ ਬਹੁਤ ਸਵਾਗਤ ਕੀਤਾ। ਜਦੋਂ ਸਵਾਗਤ ਦੇ ਵਿੱਚ ਇਹ ਲੱਗੇ ਹੋਏ ਸਨ, ਬਾਬਾ ਜੀ ਬੈਠੇ ਹੋਏ ਸਨ, ਕੋਲ ਕਮਲੀਆ ਜੀ ਬੈਠੇ ਹੋਏ ਸਨ, ਤੇ ਆਵਾਜ਼ ਆ ਰਹੀ ਹੈ ਬਾਹਰ। ਆਵਾਜ਼ ਆਈ ਉੱਚੀ ਉੱਚੀ, ਕਹਿੰਦੇ ਬਾਦਸ਼ਾਹ ਸਲਾਮਤ, ਅਨਰਥ ਹੋ ਗਿਆ। ਕਹਿੰਦੀ ਕੀ ਹੋਇਆ? ਕਹਿੰਦੀ ਕੀ ਗੱਲ ਹੋਈ ਹੈ? ਕਹਿੰਦੇ ਤੁਹਾਡਾ ਪੁੱਤਰ ਚੜ੍ਹਾਈ ਕਰ ਗਿਆ, ਤੁਹਾਡਾ ਪੁੱਤਰ ਚੜ੍ਹਾਈ ਕਰ ਗਿਆ। ਉਸੇ ਵੇਲੇ ਢਹਿ ਕਰਕੇ ਬਾਬਾ ਸ੍ਰੀ ਚੰਦ ਜੀਆਂ ਦੇ ਚਰਨਾਂ ਦੇ ਵਿੱਚ ਜਹਾਂਗੀਰ ਨੇ ਪੁਕਾਰ ਕੀਤੀ, ਮਹਾਰਾਜ ਤੁਸੀਂ ਮੇਰੇ ਘਰ ਦੇ ਵਿੱਚ ਆਏ ਹੋ ਤੇ ਮੇਰਾ ਪੁੱਤਰ ਚੜ੍ਹਾਈ ਕਰ ਗਿਆ, ਮੇਰਾ ਪੁੱਤਰ ਚੜ੍ਹਾਈ ਕਰ ਗਿਆ, ਬਖਸ਼ਿਸ਼ ਕਰੋ। ਤੁਸੀਂ ਸਾਰੀਆਂ ਹੀ ਅਜ਼ਮਤਾਂ ਦੇ ਮਾਲਕ ਹੋ, ਤੁਸੀਂ ਰਹਿਮਤ ਕਰ ਸਕਦੇ ਹੋ। ਉਸੇ ਵੇਲੇ ਆਪਣੇ ਕਰਮੰਡਲ ਦੇ ਵਿੱਚੋਂ ਬਾਬਾ ਸ੍ਰੀ ਚੰਦ ਜੀ ਨੇ ਜਲ ਲਿਆ ਤੇ ਬੱਚੇ ਨੂੰ ਅੱਗੇ ਵਗਾ ਕੇ ਲੰਮਾ ਪਾ ਦਿੱਤਾ। ਬਾਬਾ ਸ੍ਰੀ ਚੰਦ ਜੀ ਨੇ ਛੱਟਾ ਮਾਰਿਆ ਜਲ ਦਾ ਤੇ ਇਹ ਗੱਲ ਆਖੀ, ਬੇਟਾ ਉੱਠ ਕੇ ਖੇਡ ਬੱਚਿਆਂ ਦੇ ਨਾਲ। ਕਹਿੰਦੇ ਉਸੇ ਵੇਲੇ ਉਹ ਬੱਚਾ ਉੱਠ ਕੇ ਖੇਡਣਾ ਸ਼ੁਰੂ ਹੋ ਗਿਆ। ਇਤਨੀਆਂ ਅਜ਼ਮਤਾਂ, ਇਤਨੀਆਂ ਰਹਿਮਤਾਂ ਦੇ ਮਾਲਿਕ ਨੇ। ਹੁਣ ਇਹਨਾਂ ਨੂੰ ਪਤਾ ਲੱਗ ਗਿਆ, ਜਹਾਂਗੀਰ ਨੂੰ, ਨੂਰ ਜਹਾਂ ਨੂੰ ਵੀ ਇਸ ਗੱਲ ਦਾ ਇਹ ਗਿਆਨ ਹੋ ਗਿਆ। ਨੂਰ ਜਹਾਂ ਕਹਿੰਦੀ ਤੁਸੀਂ ਬਾਬਾ ਜੀ ਨੂੰ ਬੁਲਾਇਆ, ਕਸ਼ਟ ਦਿੱਤਾ, ਖੇਚਲ ਦਿੱਤੀ, ਇਸੇ ਕਰਕੇ ਆ ਕੁਝ ਸਾਡੇ ਨਾਲ ਹੋਇਆ। ਕਹਿੰਦੀ ਪ੍ਰਭੂ ਦੀ ਬੰਦਗੀ ਵਾਲੇ ਜਿਹੜੇ ਪਿਆਰਿਓ, ਉਹਨਾਂ ਦੇ ਕੋਲ ਸਾਨੂੰ ਆਪ ਜਾਣਾ ਚਾਹੀਦਾ। ਜੇ ਕੋਈ ਬਖਸ਼ਿਸ਼ ਲੈਣੀ ਹੈ, ਜੇ ਕੋਈ ਰਹਿਮਤ ਲੈਣੀ ਹੈ, ਤੇ ਉਹਨਾਂ ਦੇ ਕੋਲ ਆਪ ਜਾਣਾ ਪਾਉਂਦਾ। ਇਸ ਗੱਲ ਦੇ ਪੂਰਨੇ ਪਾਏ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਪਿਆਰਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਮਾਤਾ ਗੰਗਾ ਜੀ ਨੂੰ ਕਿਉਂ ਭੇਜਿਆ ਬਾਬਾ ਬੁੱਢਾ ਜੀਆਂ ਦੇ ਕੋਲ? ਇਸੇ ਕਰਕੇ ਕਿ ਜਿਹੜੇ ਬ੍ਰਹਮ ਗਿਆਨੀ ਤਤ ਵੇਦਤੇ ਹਨ, ਪ੍ਰਭੂ ਦੇ ਪਿਆਰੇ ਹਨ, ਉਹਨਾਂ ਨੂੰ ਕਹਿੰਦੇ ਆਪ ਮਿਲਣ ਵਾਸਤੇ ਜਾਣਾ ਚਾਹੀਦਾ। ਹੁਣ ਜਿਸ ਵੇਲੇ ਨੂਰ ਜਹਾਂ ਨੇ ਇਹ ਗੱਲ ਕੀਤੀ ਕਿ ਤੁਸੀਂ ਅਵਾਗਿਆ ਕੀਤੀ ਹੈ, ਬਾਬਾ ਜੀ ਨੂੰ ਕਸ਼ਟ ਦਿੱਤਾ ਇੱਥੇ ਆਉਣ ਵਾਸਤੇ, ਇਸੇ ਕਰਕੇ ਇਹ ਕੁਝ ਹੋਇਆ। ਤੇ ਕਹਿੰਦੇ ਇਹਨਾਂ ਨੇ ਖੁਸ਼ੀ ਦੇ ਵਿੱਚ ਆ ਕਰਕੇ ਫਿਰ ਜਦੋਂ ਪੁੱਤਰ ਜੀਵਤ ਹੋ ਗਿਆ, ਬੜੇ ਖੁਸ਼ ਹੋਏ ਤੇ ਵਾਟਸਪ ਦੀ ਧਰਤੀ ਤੇ ਕਹਿੰਦੇ ਆਪ ਵੀ ਆਏ। ਇਹਨਾਂ ਨੇ ਬੜੇ ਹੀਰੇ ਮੋਤੀ ਥਾਲ ਦੇ ਵਿੱਚ ਰੱਖ ਕਰਕੇ ਅੱਗੇ ਰੱਖੇ ਕਿ ਬਾਬਾ ਜੀ ਇਹਨਾਂ ਨੂੰ ਕਬੂਲ ਕਰੋ। ਉਹ ਕਹਿੰਦੇ ਨਹੀਂ, ਸਾਡੇ ਇਹ ਕਿਸ ਕੰਮ ਨੇ, ਸਾਡੇ ਇਹ ਚੀਜ਼ਾਂ ਕਿਸ ਕੰਮ ਨੇ, ਇਹ ਦੁਨਿਆਵੀ ਲੋਕਾਂ ਵਾਸਤੇ ਨੇ। ਅਸੀਂ ਇਹਨਾਂ ਸਾਰਿਆਂ ਦਾ ਤਿਆਗ ਕੀਤਾ ਹੋਇਆ ਪਹਿਲਾਂ ਹੀ, ਅਸੀਂ ਤੇ ਮੁੱਢ ਤੋਂ ਹੀ ਇਹਨਾਂ ਚੀਜ਼ਾਂ ਦਾ ਤਿਆਗ ਕੀਤਾ ਹੋਇਆ, ਕੁਝ ਵੀ ਕਬੂਲ ਨਹੀਂ ਕੀਤਾ। ਫਿਰ ਕਹਿੰਦੇ ਕੁਝ ਨਾ ਕੁਝ ਤੇ ਸਾਡੇ ਪਾਸੋਂ ਲਓ, ਕੁਝ ਨਾ ਕੁਝ ਤੇ ਅਸੀਂ ਦੇਣਾ ਚਾਹੁੰਦੇ ਹਾਂ। ਕਹਿੰਦੇ ਬਾਬਾ ਸ੍ਰੀ ਚੰਦ ਜੀ ਕਿਸੇ ਗੱਲ ਤੇ ਵੀ ਰਾਜ਼ੀ ਨਾ ਹੋਏ। ਕਹਿੰਦੇ ਫਿਰ ਤੁਹਾਡੇ ਮਹੱਲ ਬਣਾ ਦਿੰਦੇ। ਕਹਿੰਦੇ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ। ਕਹਿੰਦੇ ਕਿਸੇ ਚੀਜ਼ ਦੀ ਲੋੜ ਨਹੀਂ, ਅਸੀਂ ਤੇ ਛੱਪਰ ਦੇ ਵਿੱਚ ਰਹਿ ਕੇ ਵੀ ਆਨੰਦ ਦੇ ਵਿੱਚ ਹਾਂ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਉਸ ਵੇਲੇ ਫਿਰ ਜਹਾਂਗੀਰ ਖੁਸ਼ ਹੋ ਕਰਕੇ ਆਖਣ ਲੱਗਾ, ਮੈਨੂੰ ਹਟਕਿਆ ਨਾ ਜੀ। ਬਾਬਾ ਲਖਮੀ ਦਾਸ ਜੀਆਂ ਦੇ ਜਿਹੜੇ ਸਪੁੱਤਰ ਸਨ ਧਰਮ ਚੰਦ ਜੀ, ਉਹਨਾਂ ਦੇ ਨਾਮ ਦੇ ਉੱਤੇ ਉੱਥੇ ਬਹੁਤ ਸਾਰੀ ਜ਼ਮੀਨ ਕੀਤੀ। ਪਿਆਰੇਵਾਲ ਸਾਹਿਬ ਦੀ ਧਰਤੀ ਤੇ ਅੱਜ ਵੀ ਸੰਗਤਾਂ ਨਮਸਤਕ ਹੁੰਦੀਆਂ ਨੇ, ਬੜੀ ਬੜੀ ਦੂਰ ਤੋਂ। ਔਰ ਬਾਬਾ ਸ੍ਰੀ ਚੰਦ ਜੀ ਦਾ ਮਾਣ ਸਤਿਕਾਰ ਦੀ ਜੇ ਗੱਲ ਕਰੋ ਤੇ ਬਾਬਾ ਸ੍ਰੀ ਚੰਦ ਜੀ ਜਿਸ ਵੇਲੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਨੂੰ ਮਿਲਣ ਵਾਸਤੇ ਅੰਮ੍ਰਿਤਸਰ ਦੀ ਧਰਤੀ ਤੇ ਆਏ ਨੇ, ਮਿਲਣ ਵਾਸਤੇ ਧਰਤੀ ਤੇ ਆਏ ਅੰਮ੍ਰਿਤਸਰ ਦੀ ਤੇ ਉਸ ਵੇਲੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਜਦੋਂ ਦਰਸ਼ਨ ਕੀਤੇ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਦਰਸ਼ਨ ਕਰਕੇ ਬਾਬਾ ਸ੍ਰੀ ਚੰਦ ਜੀ ਨੂੰ ਸਤਿਕਾਰ ਬੜਾ ਦਿੱਤਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਹੁਤ ਸਤਿਕਾਰ ਦਿੱਤਾ ਕਿ ਬਾਬਾ ਸ੍ਰੀ ਚੰਦ ਜੀ ਆਖਣ ਲੱਗੇ, ਰਾਮਦਾਸ ਆਓ ਤੁਸੀਂ ਦਾੜਾ ਇਤਨਾ ਵਧਾਇਆ ਹੋਇਆ। ਤੇ ਕਹਿੰਦੇ ਆਪਣੇ ਦਾੜੇ ਨੂੰ ਫੜ ਕੇ ਬਾਬਾ
ਧੰਨ ਗੁਰੂ ਰਾਮਦਾਸ ਜੀ ਮਹਾਰਾਜ ਆਪਣੇ ਦਾੜੀ ਨੂੰ ਫੜ ਕੇ ਬਾਬਾ ਸ੍ਰੀ ਚੰਦ ਜੀਆਂ ਦੇ ਚਰਨ ਸਾਫ਼ ਕਰਨੇ ਸ਼ੁਰੂ ਕਰ ਦਿੱਤੇ ਤੇ ਆਖਿਆ, ਇਹ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ, ਬੰਦਗੀ ਵਾਲਿਆਂ ਦੇ ਚਰਨ ਸਾਫ਼ ਕਰਨ ਵਾਸਤੇ ਇਤਨੀ ਵੱਡੀ ਨਿਮਰਤਾ। ਕਹਿੰਦੇ ਇਸੇ ਨਿਮਰਤਾ ਕਰਕੇ ਤੇ ਤੁਸੀਂ ਸਾਰਾ ਕੁਝ ਸਾਡੇ ਕੋਲੋਂ ਲਿਆ ਹੈ। ਜਿਹੜੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਆ ਤੁਹਾਡੀ ਨਿਮਰਤਾ ਕਰਕੇ, ਗੁਰਤਾ ਗਤੀ ਦੇ ਜਿਹੜੇ ਤੁਸੀਂ ਬਰਾਜਮਾਨ ਹੋਏ ਹੋ, ਇਹ ਨਿਮਰਤਾ ਦੇ ਕਰਕੇ ਹੈ। ਨਿਮਰਤਾ ਜਿਸ ਹਿਰਦੇ ਘਟ ਦੇ ਵਿੱਚ ਆ ਜਾਂਦੀ ਪਿਆਰਿਓ, ਉੱਥੇ ਪਰਮੇਸ਼ਰ ਦਾ ਵਾਸਾ ਹੋ ਜਾਂਦਾ। ਗੁਰੂ ਹਰਗੋਬਿੰਦ ਮਹਾਰਾਜ ਖੁਦ ਬਾਦਸ਼ਾਹ ਦੀ ਧਰਤੀ ਤੇ ਆਪ ਕੋਈ ਨਹੀਂ ਬਾਬਾ ਸ੍ਰੀ ਚੰਦ ਜੀਆਂ ਨੂੰ ਮਿਲਣ ਵਾਸਤੇ, ਤੇ ਬਾਬਾ ਸ੍ਰੀ ਚੰਦ ਜੀ ਉਸ ਵੇਲੇ ਬਹੁਤ ਹੀ ਖੁਸ਼ ਹੋਏ, ਬੜੇ ਹੀ ਪ੍ਰਸੰਨ ਹੋਏ। ਅੱਜ ਆਖਣ ਲੱਗੇ ਨਹੀਂ, ਕਹਿੰਦੇ ਅੱਜ ਤੇ ਵੇਖੋ ਗੁਰੂ ਨਾਨਕ ਦੀ ਬਾਗ ਫੁਲਵਾੜੀ, ਪੋਤੇ ਪੜਪੋਤਰੇ, ਕਹਿੰਦੇ ਅੱਜ ਬਾਬਾ ਸ੍ਰੀ ਚੰਦ ਜੀ ਇਤਨੇ ਖੁਸ਼ ਨੇ। ਇਤਨੇ ਖੁਸ਼ ਹੋ ਕਰਕੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਪੁੱਛਿਆ, ਮਹਾਰਾਜ ਇਹ ਆਪ ਜੀ ਦੇ ਕਿਤਨੇ ਪੁੱਤਰ ਹਨ? ਨਾ ਆਖਿਆ 5। ਤੇ ਜਿਸ ਵੇਲੇ ਆਖਣ ਲੱਗੇ ਸਾਡੇ ਵਾਸਤੇ ਕਿਹੜਾ ਹੈ? ਕਹਿੰਦੇ ਜਿਸ ਦੇ ਉੱਤੇ ਹੱਥ ਰੱਖਦੇ ਹੋ, ਜਿਸ ਨੂੰ ਆਖੋਗੇ ਉਹੀ ਤੁਹਾਡਾ ਹੈ। ਬਾਬਾ ਗੁਰਦਿੱਤਾ ਜੀ ਵਾਸਤੇ ਆਖਣ ਲੱਗੇ ਬਾਬਾ ਸ੍ਰੀ ਚੰਦ ਜੀ, ਇਹਨਾਂ ਦੀ ਸ਼ਕਲ ਹੂਬਹੂ ਪਿਤਾ ਗੁਰਦੇਵ ਜੀ ਨਾਲ ਮਿਲਦੀ ਹੈ, ਇਹਨਾਂ ਨੂੰ ਸਾਡੀ ਝੋਲੀ ਵਿੱਚ ਪਾ ਦਿਓ। ਬਾਬਾ ਗੁਰਦਿੱਤਾ ਜਿਨ੍ਹਾਂ ਦੇ ਉੱਤੇ ਬੜੀਆਂ ਹੀ ਬਖਸ਼ਿਸ਼ਾਂ ਸਨ, ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿਕਾ, ਜੋ ਵਰ ਮੰਗੀਐ ਸੋਈ ਦਿੱਤਾ। ਤੇ ਬਾਬਾ ਗੁਰਦਿੱਤਾ ਦੇ ਬਾਬਾ ਸ੍ਰੀ ਚੰਦ ਤੋਂ ਬਾਅਦ ਉਹਨਾਂ ਦੀ ਗੁਰਤਾ ਦੀ ਗੱਦੀ ਦੇ ਵਾਰਸ ਬਣੇ ਪਿਆਰੇ। ਸੇਵਾ ਸੰਭਾਲੀ ਉਹਨਾਂ ਨੇ। ਜਿਹੜੇ ਵੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੇ, ਉਹਨਾਂ ਨੂੰ ਬਹੁਤ ਮਾਣ ਪ੍ਰਾਪਤ ਹੁੰਦਾ ਹੈ। ਅੰਤਰ ਪ੍ਰਗਾਸ ਹਰ ਨਾਮ ਧਿਆਵੈ, ਅੰਦਰ ਉਹਨਾਂ ਦੇ ਚਾਨਣ ਹੋ ਜਾਂਦਾ, ਅਗਿਆਨ ਦਾ ਅੰਧੇਰਾ ਮਿਟ ਜਾਂਦਾ ਹੈ। ਜਿਹੜੇ ਵੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਨੇ। ਰਹਾਉ ਇਹ ਹਰ ਰੰਗ ਗੂੜਾ ਤਨ ਫਿਰ ਹੋਏ, ਇਹ ਨਾਮਦਾਰ ਉਸੇ ਜੀਵ ਨੂੰ, ਇਸਤਰੀ ਨੂੰ ਚੜ੍ਹੇਗਾ, ਉਸੇ ਜੀਵ ਨੂੰ ਚੜ੍ਹੇਗਾ। ਇਹ ਹਰ ਰੰਗ ਗੂੜਾ ਧਨ ਫਿਰ ਹੋਏ, ਜਿਹੜੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੇ ਹੋਏ ਨੇ। ਰਾਮ ਰੰਗ ਕਦੇ ਉਤਰ ਨਾ ਜਾਏ, ਗੁਰ ਪੂਰਾ ਜਿਸ ਦੇ ਬੁਝਾਏ। ਜਿਸ ਨੂੰ ਵਾਹਿਗੁਰੂ ਬਖਸ਼ਿਸ਼ ਕਰ ਦੇਵੇ, ਲਾਲ ਰੰਗ ਤਿਸ ਕੋ ਲਗਾ, ਜਿਸ ਕੇ ਵਡ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ। ਪ੍ਰਭ ਪਾਇਆ ਸੁਖਦਾਈਆ, ਮਿਲਿਆ ਸੁਖ ਭਾਏ, ਸਹਿਜ ਸਮਾਨਾ ਭੀਤਰੇ, ਛੋੜਿਆ ਨਹੀਂ ਦਾਈ। ਇਹ ਹਰ ਰੰਗ ਗੂੜਾ ਧਨ ਫਿਰ ਹੋਏ, ਇਹ ਬੜਾ ਗੂੜਾ ਰੰਗ ਹੈ। ਇਹ ਨਾਮ ਦਾ ਰੰਗ ਪਿਆਰਿਓ ਮਜ਼ੀਦ ਦੇ ਰੰਗ ਨੂੰ ਪੱਕਾ ਰੰਗ ਹੈ। ਇਹ ਜਿਸ ਜੀਵ ਨੂੰ ਚੜ ਜਾਂਦਾ ਹੈ ਮੁੜ ਕੇ ਉਤਰਦਾ ਨਹੀਂ। ਇਹ ਮੁਲੰਮੇ ਦੇ ਰੰਗ ਵਾਂਗ ਨਹੀਂ ਹੈ। ਨਾਮ ਦਾ ਰੰਗ ਜਿਸ ਨੂੰ ਵੀ ਚੜ ਜਾਵੇ ਪਿਆਰਿਓ, ਉਹ ਮੁੜ ਕੇ ਉਤਰਦਾ ਕੋਈ ਨਹੀਂ। ਸਾਤ ਸਿਗਾਰ ਰਾਵੇ ਪ੍ਰਭ ਸੋਏ, ਜਿਹੜਾ ਆਤਮਿਕ ਆਨੰਦ ਦੇ ਵਿੱਚ ਟਿਕ ਕਰਕੇ ਪਿਆਰਿਓ ਪਰਮੇਸ਼ਰ ਨੂੰ ਸਿਮਰਦਾ ਹੈ, ਜਿਹੜਾ ਵੀ ਆਤਮਿਕ ਆਨੰਦ ਦੇ ਵਿੱਚ ਟਿਕ ਕਰਕੇ, ਸਹਿਜ ਅਵਸਥਾ ਦੇ ਵਿੱਚ ਟਿਕ ਕਰਕੇ ਉਸ ਪਰਮੇਸ਼ਰ ਨੂੰ ਸਿਮਰਦਾ ਹੈ। ਰਾਵੇ ਪ੍ਰਭ ਸੋਏ, ਹਉ ਮੈਂ ਵਿੱਚ ਪ੍ਰਭ ਕੋਏ ਨਾ ਪਾਏ। ਕਦੇ ਇਹ ਨਹੀਂ ਹੋ ਸਕਦਾ। ਸਤਿਗੁਰਾਂ ਦੀ ਮੁਬਾਰਕ ਬੋਲ ਹਨ, ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ ਠਾਏ। ਦੋ ਚੀਜ਼ਾਂ ਇੱਕ ਥਾਂ ਤੇ ਵਸ ਹੀ ਨਹੀਂ ਸਕਦੀਆਂ। ਜਿੱਥੇ ਨਾਮ ਹੈ, ਜਿੱਥੇ ਨਾਮ ਦਾ ਵਾਸਾ ਹੋ ਗਿਆ ਪਿਆਰਿਓ, ਉੱਥੇ ਹਉਮੈ ਨਹੀਂ ਆਵੇਗੀ। ਤੇ ਜਿੱਥੇ ਹਉਮੈ ਹੀ ਭਰੀ ਹੋਈ ਹੈ, ਉੱਥੇ ਨਾਮ ਦਾ ਵਾਸਾ ਨਹੀਂ ਹੋਵੇਗਾ। ਦੋ ਚੀਜ਼ਾਂ ਇੱਕ ਥਾਂ ਤੇ ਟਿਕ ਨਹੀਂ ਸਕਦੀਆਂ। ਸਤਿਗੁਰਾਂ ਦੀ ਮੁਬਾਰਕ ਬੋਲ ਹਨ, ਹਉਮੈ ਵਿੱਚ ਪ੍ਰਭ ਕੋਏ ਨਾ ਪਾਏ। ਕਹਿੰਦੇ ਜੇ ਕਿਧਰੇ ਹਉਮੈ ਆ ਮਨ ਅੰਦਰ, ਇਹ ਉਸ ਨੂੰ ਪ੍ਰਾਪਤੀ ਨਹੀਂ ਹੋ ਸਕਦੀ। ਉਸ ਨੂੰ ਪ੍ਰਾਪਤੀ ਪਰਮੇਸ਼ਰ ਦੀ ਨਹੀਂ ਹੋਵੇਗੀ। ਮੂਲੋਂ ਭੁਲਾ ਜਨਮ ਗਵਾਏ, ਉਹ ਤੇ ਕਹਿੰਦੇ ਮੁੱਢ ਤੋਂ ਹੀ ਭੁੱਲਿਆ ਹੋਇਆ, ਉਹ ਤੇ ਆਪਣਾ ਜਨਮ ਗਵਾ ਰਿਹਾ, ਆਕਾਰਥ ਗਵਾ ਰਿਹਾ। ਤੇ ਜਿਹੜੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੇ ਹੋਏ ਨੇ ਪਿਆਰੇ, ਉਹਨਾਂ ਨੂੰ ਕਿਸੇ ਗੱਲ ਦੀ ਪਰਵਾਹ ਨਹੀਂ। ਰੰਗ ਹੱਸੇ ਰੰਗ ਰੋਵੇ, ਚੁੱਪੀ ਕਰ ਜਾਏ, ਪਰਵਾਹ ਨਹੀਂ ਕਿਸੇ ਕੇਰੀ, ਬਾਤ ਸੱਚੇ ਨਾਈ।
ਉਹ ਤੇ ਆਪਣੇ ਰੰਗ ਦੇ ਵਿੱਚ ਹਰ ਵੇਲੇ ਰੰਗੇ ਰਹਿੰਦੇ। ਇੱਕ ਕਹਿੰਦੇ ਸਾਈਂ ਫਕੀਰ ਬੜਾ ਪ੍ਰਭੂ ਦੇ ਰੰਗ ਦੇ ਵਿੱਚ ਰੰਗਿਆ ਹੋਇਆ, ਹਰ ਵੇਲੇ ਪਰਮੇਸ਼ਰ ਦਾ ਚਿੰਤਨ ਕਰਦਾ, ਉਸ ਦੀ ਬੰਦਗੀ ਕਰਦਾ। ਪਰ ਇੱਕ ਸੁੱਕਾ ਦਰਖਤ ਉਹਦੇ ਥੱਲੇ ਬੈਠਾ ਹੋਇਆ, ਉਸੇ ਸੁੱਕੇ ਦਰਖਤ ਦੇ ਥੱਲੇ ਹਮੇਸ਼ਾ ਬੈਠਾ ਹੋਣਾ। ਤੇ ਬਾਦਸ਼ਾਹ ਨੇ ਵੇਖਣਾ ਲੰਘਣਾ ਕੋਲੋਂ ਦੀ ਕਿ ਸਾਈਂ ਫਕੀਰ ਕਹਿੰਦੇ ਸੁੱਕੇ ਦਰਖਤ ਥੱਲੇ ਬੈਠਾ ਹੁੰਦਾ। ਤੇ ਆਖਿਰ ਕੀ ਇਹ ਗੱਲ ਆਖੀ, ਸਾਈਂ ਫਕੀਰ ਤੈਨੂੰ ਮੈਂ ਆਪਣੇ ਮਹੱਲਾਂ ਦੇ ਵਿੱਚ ਲੈ ਜਾਣਾ, ਤੂੰ ਮੇਰੇ ਨਾਲ ਚੱਲ, ਮੇਰੇ ਮਹੱਲਾਂ ਵਿੱਚ ਰਹੋ, ਇੱਥੇ ਸੁੱਕੇ ਦਰਖਤ ਦੇ ਥੱਲੇ ਤੂੰ ਬੈਠਾ ਰਹਿ। ਸਾਈਂ ਫਕੀਰ ਪਿਆਰੇ ਉਹਨਾਂ ਨੇ ਨਾ ਕੋਈ ਨਹੀਂ ਕੀਤੀ। ਕਹਿੰਦੇ ਠੀਕ ਹੈ ਬਾਦਸ਼ਾਹ ਸਲਾਮਤ, ਜਿਵੇਂ ਤੁਹਾਡੀ ਮਰਜ਼ੀ, ਜਿਵੇਂ ਤੁਹਾਡੀ ਰਜ਼ਾ ਹੈ, ਠੀਕ ਹੈ ਮੈਂ ਤੁਹਾਡੇ ਨਾਲ ਚੱਲਦਾ। ਕਹਿੰਦੇ ਬਾਦਸ਼ਾਹ ਜਿਸ ਵੇਲੇ ਹੁਣ ਲੈ ਕੇ ਆਇਆ, ਮਨ ਦੇ ਵਿੱਚ ਇਹ ਵੀ ਸੋਚ ਰਿਹਾ, ਮੈਂ ਤੇ ਇਸ ਨੂੰ ਵੈਸੇ ਹੀ ਆਖਿਆ ਸੀ। ਇਹ ਸਾਈਂ ਫਕੀਰ ਕਹਿੰਦੇ ਮੇਰੇ ਨਾਲ ਹੀ ਚੱਲ ਪਿਆ, ਇਹ ਤੇ ਮੇਰੇ ਨਾਲ ਹੀ ਚੱਲ ਪਿਆ। ਹੁਣ ਕਹਿੰਦੇ ਜਿਸ ਵੇਲੇ ਆਪਣੇ ਮਹੱਲਾਂ ਦੇ ਵਿੱਚ ਲੈ ਕੇ ਆਏ, ਕਹਿੰਦੇ ਕੋਈ ਗੱਲ ਨਹੀਂ, ਮਹੱਲਾਂ ਦੇ ਵਿੱਚ ਲੈ ਕੇ ਆਇਆ, ਸਾਰੇ ਸੁੱਖ ਦੇ ਸਾਧਨ ਇਸ ਨੂੰ ਦਿੱਤੇ, ਸਾਰੇ ਸੁੱਖ ਦੇ ਸਾਧਨ ਇਸ ਨੂੰ ਦਿੱਤੇ। ਹੁਣ ਇਹ ਸਾਈਂ ਫਕੀਰ ਪਿਆਰਿਓ ਜਦੋਂ ਦਰਖਤ ਦੇ ਥੱਲੇ ਬੈਠਾ ਸੀ ਉਦੋਂ ਵੀ ਆਨੰਦ ਦੇ ਵਿੱਚ ਸੀ, ਅੱਜ ਮਹੱਲਾਂ ਦੇ ਵਿੱਚ ਵੀ ਇਹਦੇ ਚਿਹਰੇ ਤੇ ਨੂਰ ਉਸੇ ਤਰ੍ਹਾਂ ਹੀ ਡੁੱਲ ਪੈਂਦਾ। ਹੁਣ ਬਾਦਸ਼ਾਹ ਦੇ ਮਨ ਦੇ ਵਿੱਚ ਇਹ ਗੱਲ ਆਈ ਕਿ ਇਹ ਸਾਈਂ ਫਕੀਰ ਤੇ ਇੱਥੇ ਬਹੁਤ ਖੁਸ਼ ਹੈ, ਇਹ ਤੇ ਇੱਥੇ ਬਹੁਤ ਖੁਸ਼ ਹੋਇਆ। ਇਹਦੇ ਕਹਿੰਦੇ ਰੰਗ ਦੇ ਵਿੱਚ ਰੰਗਿਆ ਹੋਇਆ, ਕਹਿੰਦੇ ਮੇਰਾ ਖਿਆਲ ਹੈ ਇਸਨੇ ਸੁੱਖ ਕਦੀ ਵੇਖਿਆ ਨਹੀਂ, ਇਸੇ ਕਰਕੇ ਕਹਿੰਦੇ ਬੜਾ ਖੁਸ਼ ਹੈ, ਇਹ ਤੇ ਬਹੁਤ ਖੁਸ਼ ਹੈ। ਕਿਤੇ ਹੋਵੇ ਨਾ ਇਹ ਐਵੇਂ ਅਡੰਬਰੀ ਨਾ ਹੋਵੇ, ਸੱਚਾ ਹੋਵੇ ਕੋਈ ਨਾ। ਪਰ ਇਹ ਫਕੀਰ ਪਿਆਰਿਓ ਸੱਚਾ ਸੀ, ਇਹ ਫਕੀਰ ਪ੍ਰਭੂ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਸੀ। ਇਸ ਨੇ ਆਪਣੇ ਵਜ਼ੀਰ ਨੂੰ ਆਖਿਆ, ਬਾਦਸ਼ਾਹ ਨੇ, ਕਿ ਇਸ ਦੀ ਜਿਹੜੀ ਰਿਹਾਇਸ਼ ਹੈ ਉਹ ਬਦਲ ਦਿਓ। ਇਸ ਨੇ ਜਿਹੜੀ ਰਿਹਾਇਸ਼ ਦਿੱਤੀ ਹੈ ਰਹਿਣ ਵਾਸਤੇ, ਆ ਮਹਿਲਾਂ ਦੇ ਵਿੱਚ ਜਿਹੜੀ ਰਿਹਾਇਸ਼ ਦਿੱਤੀ ਹੋਈ ਹੈ, ਇਸ ਦੀ ਬਦਲ ਦੇਵੋ। ਇਸ ਨੂੰ ਕਹਿੰਦੇ ਵੱਖਰੇ ਇੱਕ ਰਵਾਂਝੇ ਕਿਤੇ ਕਮਰਾ ਦੇ ਦਿਓ, ਕਹਿੰਦੇ ਇੱਕ ਰਵਾਂਝੇ ਕਿਤੇ ਕਮਰਾ ਦੇ ਦੇਵੋ, ਉੱਥੇ ਇਹ ਰਵੇਗਾ। ਤੇ ਜਿਹੜੀਆਂ ਇਹਦੀਆਂ ਰਸਤਾਂ ਬਸਤਾਂ ਇਸ ਨੂੰ ਦਿੰਦੇ ਹੋ ਉਹ ਵੀ ਘੱਟ ਕਰ ਦਿੱਤੀਆਂ, ਉਹ ਵੀ ਉਹਨਾਂ ਨੇ ਘੱਟ ਕਰ ਦਿੱਤੀਆਂ। ਪਰ ਸਾਈਂ ਫਕੀਰ ਫਿਰ ਰੰਗ ਦੇ ਵਿੱਚ ਰੰਗਿਆ ਹੋਇਆ, ਉਹ ਆਪਣੀ ਮਸਤੀ ਦੇ ਵਿੱਚ ਹੈ, ਬੜੇ ਆਨੰਦ ਦੇ ਵਿੱਚ ਹੈ, ਆਨੰਦ ਦੇ ਵਿੱਚ ਹੀ ਰਹਿੰਦਾ। ਹੁਣ ਬਾਦਸ਼ਾਹ ਨੇ ਪੁੱਛਿਆ ਵਜ਼ੀਰ ਨੂੰ ਕਿਵੇਂ ਹੈ, ਕਹਿੰਦੇ ਉਹ ਤੇ ਉਸੇ ਮਸਤੀ ਵਿੱਚ ਹੈ, ਉਸੇ ਰੰਗ ਵਿੱਚ ਰੰਗਿਆ ਹੋਇਆ, ਖੁਮਾਰੀ ਉਸ ਨੂੰ ਚੜੀ ਹੋਈ ਹੈ। ਕਹਿੰਦੇ ਫਿਰ ਇੱਦਾਂ ਕਰੋ, ਜਿਹੜੀਆਂ ਟੱਪਰੀਆਂ ਹੈਗੀਆਂ ਨੇ ਨਾ ਆ ਫਕੀਰਾਂ ਦੀਆਂ, ਆ ਜਿਹੜੇ ਮੰਗ ਕੇ ਖਾਂਦੇ ਨੇ, ਉਹਨਾਂ ਦੇ ਕੋਲ ਕਹਿੰਦੇ ਇਹਨੂੰ ਉਸ ਛੱਪਰ ਦੇ ਵਿੱਚ ਪਾ ਦਿਓ, ਇੱਕ ਦੇ ਵਿੱਚ ਇਸ ਛੱਪਰ ਦੇ ਵਿੱਚ ਪਾ ਦਿਓ। ਇਸ ਨੂੰ ਦੇਣਾ ਕੁਝ ਨਹੀਂ, ਨਹਾਉਣ ਦਾ ਪ੍ਰਬੰਧ ਵੀ ਇਹਨਾਂ ਦਾ ਕੋਈ ਨਹੀਂ। ਕਹਿੰਦੇ ਸਾਰੀਆਂ ਸਹੂਲਤਾਂ ਇਹਦੀ ਕੋਲ ਖੋਲਵੋ, ਉਹ ਛੱਪਰ ਜਿੱਥੇ ਆਮ ਭਿਖਾਰੀ ਨੇ ਉੱਥੇ ਇਸ ਨੂੰ ਪਾ ਦਿਓ। ਹੁਣ ਉਸ ਫਕੀਰ ਨੂੰ ਆਖਣ ਲੱਗੇ, ਇੱਥੋਂ ਆਪਣਾ ਡੇਰਾ ਡੰਡਾ ਤੁਸੀਂ ਚੁੱਕੋ, ਤੁਹਾਡੀ ਰਿਹਾਇਸ਼ ਦਾ ਪ੍ਰਬੰਧ ਹੋਰ ਤਾਂ ਕਰ ਦਿੱਤਾ। ਕਹਿੰਦੇ ਜਿਸ ਵੇਲੇ ਸਾਈਂ ਫਕੀਰ ਉੱਥੇ ਗਿਆ ਗੰਦਗੀ ਦੇ ਵਿੱਚ ਰਹਿਣ ਵਾਸਤੇ ਜਗ੍ਹਾ ਦੇ, ਕਹਿੰਦੇ ਨਹਾਉਣਾ ਵੀ ਜਦੋਂ ਕਿਤੇ ਲੈਣ ਦੇ ਵਿੱਚ ਲੱਗ ਕੇ ਪਤਾ ਨਹੀਂ ਕਿੰਨਾ ਸਮਾਂ ਲੱਗ ਜਾਂਦਾ, ਪਰ ਉਹ ਹਰ ਵੇਲੇ ਰੰਗਿਆ ਰਹਿੰਦਾ ਰੰਗ ਦੇ ਵਿੱਚ, ਉਹ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਿਆ ਰਹਿੰਦਾ। ਉਹ ਆਪਣਾ ਸਮਾਂ ਅਜ਼ਾਈ ਨਹੀਂ ਜਾਣ ਦਿੰਦਾ। ਜਿਸ ਤਰ੍ਹਾਂ ਪਹਿਲਾਂ ਸੁੱਕੇ ਦਰਖਤ ਦੇ ਥੱਲੇ ਸੀ, ਜਿਸ ਤਰ੍ਹਾਂ ਉਹ ਮਹਿਲਾਂ ਦੇ ਵਿੱਚ ਆਨੰਦ ਦੇ ਵਿੱਚ ਹੀ, ਜਿਸ ਤਰ੍ਹਾਂ ਉਹ ਉਸ ਕਮਰੇ ਦੇ ਵਿੱਚ ਇੱਕ ਲਵਾਂਦੇ ਰਿਹਾ ਉੱਥੇ ਸੁੱਖ ਦੇ ਵਿੱਚ ਹੀ, ਅੱਜ ਕਹਿੰਦੇ ਇਸ ਗੰਦਗੀ ਜਗ੍ਹਾ ਦੇ ਵਿੱਚ ਛੱਪਰ ਦੇ ਵਿੱਚ ਰਹਿ ਕੇ ਤੇ ਇੱਥੇ ਵੀ ਆਨੰਦ ਦੇ ਵਿੱਚ ਹੈ, ਇੱਥੇ ਵੀ ਆਨੰਦ ਦੇ ਵਿੱਚ ਹੈ। ਤੇ ਵਜ਼ੀਰ ਨੂੰ ਪੁੱਛਿਆ ਬਾਦਸ਼ਾਹ ਨੇ, ਹੁਣ ਕਿਵੇਂ ਹੈ ਉਹ ਫਕੀਰ? ਹੁਣ ਤੇ ਬੜਾ ਦੁਖੀ ਹੋਇਆ ਹੋਵੇਗਾ। ਕਹਿੰਦੇ ਮੈਨੂੰ ਲੱਗਦਾ ਫਕੀਰ ਤੇ ਨਹੀਂ ਐਵੇਂ ਝੂਠਾ ਮੂਠਾ ਹੀ ਕੋਈ ਬਣਿਆ ਹੋਇਆ, ਕਹਿੰਦੇ ਹੁਣ ਤੇ ਦੁਖੀ ਹੋਵੇਗਾ ਜ਼ਰੂਰ ਉਹ। ਕਹਿੰਦੇ ਉਹਦੇ ਬਾਰੇ ਦੱਸੋ। ਕਹਿੰਦੇ ਨਹੀਂ ਉਹ ਦੁਖੀ ਨਹੀਂ ਆ, ਉਸੇ ਰੰਗ ਦੇ ਵਿੱਚ ਰੰਗਿਆ ਹੋਇਆ, ਉਸੇ ਤਰ੍ਹਾਂ ਹੀ ਮਸਤੀ ਦੇ ਵਿੱਚ ਹੈ, ਉਹਨੂੰ ਕੋਈ ਫਰਕ ਨਹੀਂ ਹੈ, ਉਹਨੂੰ ਕੋਈ ਫਰਕ ਨਹੀਂ। ਹੁਣ ਬਾਦਸ਼ਾਹ ਕੋਲ ਆਇਆ,
ਬਾਦਸ਼ਾਹ ਆ ਕੇ ਪੁੱਛਦਾ, ਐ ਸਾਈਂ ਫਕੀਰ, ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ, ਤੈਨੂੰ ਇੱਕ ਸਵਾਲ ਪੁੱਛਣਾ। ਕਹਿੰਦੇ ਸਵਾਲ ਅੱਜ ਤੋਂ 6 ਮਹੀਨੇ ਪਹਿਲਾਂ ਹੀ ਪੁੱਛ ਲੈਣਾ। ਕਹਿੰਦੇ ਜਦੋਂ ਤੂੰ ਦਰਖਤ ਦੇ ਥੱਲੇ ਬੈਠੇ ਮੈਨੂੰ ਵੇਖਿਆ, ਉਸੇ ਵੇਲੇ ਸਵਾਲ ਪੁੱਛ ਲੈਣਾ ਸੀ। ਇਹੋ ਹੀ ਸਵਾਲ ਪੁੱਛਣਾ ਸੀ ਨਾ ਮੈਨੂੰ ਤੋਂ, ਕਿ ਤੇਰੀ ਬਸਤੀ ਦੇ ਵਿੱਚ ਫਰਕ ਕੋਈ ਨਹੀਂ, ਤੂੰ ਹਮੇਸ਼ਾ ਹੀ ਰੰਗ ਦੇ ਵਿੱਚ ਰੰਗਿਆ ਹੋਇਆ, ਹਮੇਸ਼ਾ ਹੀ ਰੰਗ ਦੇ ਵਿੱਚ। ਇਹੋ ਗੱਲ ਪੁੱਛਣੀ ਹੈ ਨਾ ਕਿ ਤੂੰ ਤੇ ਸਮਝਦਾ ਸੀ ਬਾਦਸ਼ਾਹ, ਤੂੰ ਇਹ ਸਮਝਦਾ ਸੀ ਕਿ ਮੈਂ ਇਸ ਨੂੰ ਮਹੱਲਾਂ ਦੇ ਵਿੱਚ ਲੈ ਆਉਂਦਾ। ਤੇਰੇ ਮਨ ਅੰਦਰ ਈਗੋ ਸੀ, ਤੇਰੇ ਮਨ ਅੰਦਰ ਅਹੰਕਾਰ ਸੀ। ਮੈਂ ਤੇਰੇ ਤੋਂ ਸੁਖੀ ਹਾਂ, ਤੇਰੇ ਕੋਲ ਉਹ ਸੁੱਖ ਨਹੀਂ ਜਿਹੜਾ ਸੁੱਖ ਮੇਰੇ ਕੋਲ ਹੈ। ਤੂੰ ਉਦੋਂ ਵੀ ਦੁਖੀ ਹੋਇਆ, ਤੂੰ ਉਦੋਂ ਵੀ ਦੁਖੀ ਹੋਇਆ, ਤੇਰੇ ਮਨ ਦੇ ਵਿੱਚ ਵਹਿਮ ਸੀ ਕਿ ਤੇ ਐਵੇਂ ਕੋਈ ਝੂਠਾ ਹੀ ਫਕੀਰ ਬਣਿਆ ਹੋਇਆ, ਮਹੱਲਾਂ ਦੇ ਵਿੱਚ ਕਹਿੰਦੇ ਬੜਾ ਖੁਸ਼ ਹੈ। ਮੈਨੂੰ ਕਹਿੰਦੇ ਉਹੋ ਜਿਹੇ ਤੇਰੇ ਮਹੱਲਾਂ ਦੇ ਵਿੱਚ ਸੁੱਖ, ਉਹੋ ਜਿਹਾ ਹੀ ਸੁੱਕੇ ਦਰਖਤ ਦੇ ਥੱਲੇ ਸੁੱਖ, ਉਹੋ ਜਿਹਾ ਹੀ ਇੱਕ ਲਵੰਦ ਹੈ ਜਿਹੜੇ ਮੈਨੂੰ ਕਮਰਾ ਦਿੱਤਾ ਸੁੱਖ, ਆਹ ਕਹਿੰਦਾ ਮੈਨੂੰ ਟੱਪਰੀਆਂ ਦੇ ਵਿੱਚ ਪਾ ਦਿੱਤਾ, ਤੇ ਉਹੀ ਹੀ ਸੁੱਖ ਹੈ। ਸੁੱਖ ਤੇ ਮਨ ਦਾ ਹੈ, ਸੁੱਖ ਤੇ ਮਨ ਦਾ ਹੈ। ਸੁੱਖ ਤੇ ਉਹ ਹੈ ਜਿਹੜਾ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਿਆ ਹੋਇਆ। ਜਿਸ ਨਾਮ ਹਿਰਦੇ ਸੋਈ ਵਡ ਰਾਜਾ, ਜਿਸ ਨਾਮ ਹਿਰਦੇ ਤਿਸ ਪੂਰੇ ਕਾਜਾ। ਕਹਿੰਦੇ ਤੂੰ ਰਾਜਾ ਕਾਹਦਾ, ਤੂੰ ਬਾਦਸ਼ਾਹ ਕਾਹਦਾ, ਹਿਰਦੇ ਘਟ ਦੇ ਵਿੱਚ ਜਿਸ ਦੇ ਨਾਮ ਨਹੀਂ, ਉਹ ਪਿਆਰਿਓ ਭਾਵੇਂ ਰਾਜਾ ਵੀ ਹੈ, ਉਹ ਕੰਗਾਲਾਂ ਤੋਂ ਵੀ ਬੁਰਾ ਹੈ। ਕਿ ਪਰ ਜਿਸ ਦੇ ਹਿਰਦੇ ਘਟ ਦੇ ਵਿੱਚ ਨਾਮ ਵਸਿਆ ਹੋਇਆ ਹੈ, ਉਹੀਓ ਪਰਮੇਸ਼ਰ ਦੇ ਪਿਆਰ ਦੇ ਵਿੱਚ ਰੰਗਿਆ ਹੋਇਆ ਹੈ, ਉਹੀਓ ਦੁਨੀਆ ਦਾ ਰਾਜਾ ਹੈ। ਹਰ ਨਾਮ ਮਨ ਭਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ। ਜਿਹੜੇ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗੇ ਨੇ, ਸਾਰੀ ਸ੍ਰਿਸ਼ਟੀ ਦੇ ਰਾਜੇ ਨੇ। ਮੂਲ ਭੂਲਾ ਜਨਮ ਗਵਾਏ, ਤੂੰ ਤੇ ਕਹਿੰਦੀ ਬਿਲਕੁਲ ਹੀ ਭੁੱਲਿਆ ਹੋਇਆ, ਤੂੰ ਤੇ ਆਪਣਾ ਜਨਮ ਹੀ ਆਕਾਸ਼ ਗਵਾਈ ਚਲਿਆ ਜਾ ਰਿਹਾ। ਤੈਨੂੰ ਤੇ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਜ਼ਿੰਦਗੀ ਹੈ ਕੀ, ਜ਼ਿੰਦਗੀ ਜੋੜੀ ਕਿਵੇਂ ਹੈ। ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ, ਜਿਹੜੇ ਗੁਰੂ ਦੀ ਬਾਣੀ ਨਾਲ ਪਿਆਰੇ ਜੁੜ ਜਾਂਦੇ ਨੇ, ਆਤਮਿਕ ਆਨੰਦ ਦੇ ਵਿੱਚ ਟਿਕ ਜਾਂਦੇ। ਗੁਰੂ ਦੀ ਬਾਣੀ ਐਸੀ ਪਿਆਰ ਵਾਲੀ ਹੈ, ਗੁਰਬਾਣੀ ਦਾ ਇੱਕ ਇੱਕ ਅੱਖਰ ਸੁੱਚੇ ਮੋਤੀ ਹਨ ਪਿਆਰਿਓ। ਜਦੋਂ ਗੁਰਬਾਣੀ ਦੇ ਨਾਲ ਅਸੀਂ ਜੁੜ ਜਾਂਦੇ ਹਾਂ, ਬੜਾ ਪਿਆਰ ਗੁਰਬਾਣੀ ਦੇ ਵਿੱਚ। ਹਰ ਪੰਗਤੀ ਜਦੋਂ ਤੁਸੀਂ ਪੜ੍ਹੋਗੇ ਤੇ ਉਹਦੇ ਵਿੱਚ ਇਤਨਾ ਆਨੰਦ ਹੈ। ਪ੍ਰਭੂ ਦੇ ਪਿਆਰੇ ਜਿਹੜੇ ਬੰਦਗੀ ਵਾਲੇ ਨੇ, ਜਦੋਂ ਕਿਤੇ ਸਹਿਜ ਪਾਠ ਵੀ ਕਰਦੇ ਨੇ, ਉਹ ਟਿਕ ਜਾਂਦੇ ਨੇ, ਇੱਕ ਇੱਕ ਪੰਗਤੀ ਤੇ ਟਿਕ ਜਾਂਦੇ ਨੇ। ਜਦੋਂ ਰਸ ਆ ਜਾਂਦਾ, ਅੱਗੇ ਤੁਰਦੇ ਹੀ ਕੋਈ ਨਹੀਂ। ਉਸੇ ਰਸ ਦੇ ਵਿੱਚ, ਉਸੇ ਰਸ ਦੇ ਵਿੱਚ ਰਮੇ ਰਹਿੰਦੇ ਨੇ ਪਰਮੇਸ਼ਰ ਦੇ ਨਾਮ ਵਿੱਚ। ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ, ਇਹ ਆਤਮਿਕ ਆਨੰਦ ਕਿਵੇਂ ਆਉਂਦਾ ਹੈ? ਬਾਣੀ ਦੇ ਨਾਲ ਜੁੜ ਕਰਕੇ। ਜਿਹੜਾ ਵੀ ਬਾਣੀ ਦੇ ਨਾਲ ਜੁੜ ਜਾਵੇਗਾ, ਉਸ ਦਾ ਟਿਕਾਊ ਬਣ ਜਾਵੇਗਾ। ਸੇਵਾ ਸਾਚੀ ਨਾਮ ਸਵਾੜੀ, ਤੇ ਸੇਵਾ ਕਰਕੇ ਪ੍ਰਭੂ ਦੇ ਦਰ ਦੇ ਉੱਤੇ ਉਹਦੇ ਨਾਮ ਦੇ ਵਿੱਚ ਸਮਾਇਆ ਜਾ ਸਕਦਾ। ਜਿਹੜਾ ਵੀ ਪਰਮੇਸ਼ਰ ਦੇ ਦਰ ਤੇ ਸੇਵਾ ਕਰਦਾ ਪਿਆਰਿਓ, ਉਸੇ